ਹੈਲੋ ਗਾਈਜ਼, ਤੁਹਾਡਾ ਸਵਾਗਤ ਹੈ ਜੀ ਸਾਡੇ ਚੈਨਲ ਗੈਰੀ ਕੁਮਾਨ ਪੋਜ਼ਿਟਿਵ ਵੀਡੀਓ 'ਤੇ। ਮਾਈ ਨੇਮ ਇਜ਼ ਕੁਲਵਿੰਦਰ। ਅਸੀਂ ਲੈ ਕੇ ਆਏ ਜੀ ਅੱਜ ਹਿਸਟਰੀ ਲੈਕਚਰਰ ਅਤੇ ਮਾਸਟਰ ਕੈਡਰ ਦੀ ਹਿਸਟਰੀ ਦੇ ਟੌਪ MCQ। ਕੁਛ MCQ ਜਿਹੜੇ ਪ੍ਰੀਵੀਅਸ ਪੇਪਰ ਵਾਲੇ ਹੋਣਗੇ ਅਤੇ ਕੁਛ ਨਿਊ ਹੋਣਗੇ, ਅਤੇ ਲਾਸਟ ਵਿੱਚ ਆਪਾਂ ਕੁਛ ਵਨ ਲਾਈਨਰ ਵੀ ਕਰਾਂਗੇ, ਜਿਵੇਂ ਕਿ ਆਪਾਂ ਪੋਲਿਟੀ ਵਿੱਚ ਕਰਦੇ ਆ ਰਹੇ ਹਾਂ। ਠੀਕ ਹੈ ਜੀ। ਵੀਡੀਓ ਸਟਾਰਟ ਕਰਨ ਤੋਂ ਪਹਿਲਾਂ ਰਿਕੁਐਸਟ ਹੈ ਜੀ, ਜਿਹੜੇ ਫਸਟ ਟਾਈਮ ਚੈਨਲ 'ਤੇ ਵਿਜ਼ਿਟ ਕੀਤੇ ਨੇ, ਪਲੀਜ਼ ਵੀਡੀਓ ਨੂੰ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਅਤੇ ਘੰਟੀ ਵਾਲਾ ਆਈਕਨ ਦਬਾ ਲੈਣਾ, ਤਾਂ ਕਿ ਸਭ ਤੋਂ ਪਹਿਲਾਂ ਜਿਹੜਾ ਨੋਟੀਫਿਕੇਸ਼ਨ ਆ ਤੁਹਾਡੇ ਤੱਕ ਪਹੁੰਚ ਜਾਵੇ। ਚਲੋ ਜੀ ਸਟਾਰਟ ਕਰਾਂਗੇ। ਇਸ ਤੋਂ ਇਲਾਵਾ ਹੋਰ ਇਨਫੋਰਮੇਸ਼ਨ ਦੀ ਇੰਪੋਰਟੈਂਟ ਆ ਜੀ, ਸਾਡਾ ਇੱਕ ਚੈਨਲ ਵੀ ਹੈ ਜੀ, ਟੈਲੀਗ੍ਰਾਮ ਚੈਨਲ ਹੈ ਜੀ, ਇਹਦਾ ਨਾਮ ਹੈਗਾ ਮਿਸ਼ਨ ਪੰਜਾਬ ਪੋਲੀਟੀਕਲ ਲੈਕਚਰਰ। ਇੱਥੇ ਤੁਹਾਨੂੰ ਜਿਹੜੀ ਇਹ ਵੀਡੀਓ ਆਪਾਂ YouTube 'ਤੇ ਲਗਾਉਂਦੇ ਹੈਗੇ, ਇਹਨਾਂ ਦੇ PDF ਨੇ ਜਿਹੜੇ ਉਹ ਫ੍ਰੀ ਦਿੱਤੇ ਜਾਂਦੇ ਨੇਗੇ। PDF ਲੈਣ ਲਈ ਤੁਸੀਂ ਚੈਨਲ 'ਤੇ ਜਾ ਕੇ ਜੁਆਇਨ ਕਰ ਸਕਦੇ ਹੋ। ਚਲੋ ਜੀ ਸਟਾਰਟ ਕਰਨ ਜਾ ਰਹੇ ਹਾਂ ਵੀਡੀਓ। ਫਸਟ MCQ ਹੈਗਾ ਜੀ, ਪੁਨਰ ਗਠਨ ਨਾਲ ਕੌਣ ਜੁੜਿਆ ਹੋਇਆ ਹੈ? ਆਪਸ਼ਨ ਹੈ ਜੀ ਇਸ਼ਾਕ ਨਿਊਟਨ, ਇਮਾਨੂਅਲ ਕਾਂਟ, ਜਾਂ ਫਿਰ ਐਡਵਰਡ ਗਿਬਨ, ਮਾਰਟਿਨ ਲੂਥਰ। ਹਾਂਜੀ, ਇਹ ਸਾਰੇ ਪ੍ਰੀਵੀਅਸ ਪੇਪਰ ਆਉਣਗੇ ਪਹਿਲਾਂ, ਫਿਰ ਥੋੜ੍ਹੇ ਜਿਹੇ ਐਕਸਪੈਕਟਡ ਕੁਐਸਚਨ ਕਰਾਂਗੇ ਆਪਾਂ। ਪੁਨਰ ਗਠਨ ਨਾਲ ਕੌਣ ਜੁੜਿਆ ਹੋਇਆ ਹੈਗਾ ਜੀ? ਆਪਸ਼ਨ ਨੰਬਰ D ਮਾਰਟਿਨ ਲੂਥਰ। ਠੀਕ ਹੈ, ਪਹਿਲਾਂ ਲੈਕਚਰਾਰ 'ਚ ਪੇਪਰ ਆਇਆ ਹੋਏਗਾ ਜੀ, ਪ੍ਰੀਵੀਅਸ ਪੇਪਰ ਹੈ ਲੈਕਚਰਾਰ ਦਾ। ਨੈਕਸਟ ਹੈ ਜੀ, ਪੋਪ ਕਿਸ ਚਰਚ ਨਾਲ ਸੰਬੰਧਿਤ ਹੈ? ਆਪਸ਼ਨ ਹੈ ਜੀ ਕੈਥੋਲਿਕ, ਕੈਲਵਿਨ, ਐਗਲਿਕਨ, ਜਾਂ ਫਿਰ ਮੈਥੋਡਿਸਟ। ਸਹੀ ਆਪਸ਼ਨ ਹੈਗਾ ਜਿਹੜਾ ਪੋਪ ਸੀ ਜੀ, ਇਹ ਹੈਗਾ ਸੀ ਕੈਥੋਲਿਕ। ਠੀਕ ਹੈ, ਕੈਥੋਲਿਕ ਨਾਲ ਸੰਬੰਧਿਤ ਸੀ। ਆਪਾਂ ਨੂੰ ਪਤਾ ਹੈ ਜਦੋਂ ਪੁਨਰ ਜਾਗਰਣ ਦਾ ਸਮਾਂ ਸੀ, ਉਸ ਤੋਂ ਪਹਿਲਾਂ ਪੋਪ ਨੇ ਸਾਰੀ ਸਤ੍ਹਾ 'ਤੇ ਰਾਜ ਕਰ ਲਿਆ ਸੀ, ਅਤੇ ਜਿਹੜਾ ਪੁਨਰ ਜਾਗਰਣ ਹੋਇਆ ਸੀ, ਇਸ ਵਿੱਚ ਹੌਲੀ ਹੌਲੀ ਪੋਪ ਦੀ ਸਤ੍ਹਾ ਨੂੰ ਘਟਾ ਦਿੱਤਾ ਗਿਆ ਸੀ, ਅਤੇ ਮਨੁੱਖਤਾਵਾਦ ਦਾ ਜਿਹੜਾ ਉਦੈ ਹੋਇਆ ਸੀ, ਜਿਸ ਨੂੰ ਗਿਆਨ ਵੀ ਕਿਹਾ ਜਾਂਦਾ। ਗਿਆਨ ਦਾ ਸਮੇਂ ਸੀ ਉਸ ਸਮੇਂ, ਉਸ ਨੂੰ ਕੀ ਕਿਹਾ ਜਾਂਦਾ ਇੰਗਲਿਸ਼ 'ਚ? ਰੈਨੇਸੈਂਸ ਪੀਰੀਅਡ। ਚਲੋ ਨੈਕਸਟ ਚੱਲਦੇ ਹਾਂ। ਫਰਾਂਸੀਸੀ ਕ੍ਰਾਂਤੀ ਸਮੇਂ ਫਰਾਂਸ 'ਤੇ ਕੌਣ ਰਾਜ ਕਰਦਾ ਸੀ? ਹਾਂਜੀ, ਜਿਸ ਸਮੇਂ ਫਰਾਂਸ ਕ੍ਰਾਂਤੀ ਹੋਈ ਸੀ, ਉਸ ਸਮੇਂ ਫਰਾਂਸ 'ਤੇ ਕਿਸ ਦਾ ਰਾਜ ਸੀ? ਆਪਸ਼ਨ ਹੈ ਜੀ ਲੂਇਸ 14ਵਾਂ, ਲੂਇਸ 15ਵਾਂ, ਲੂਇਸ 16ਵਾਂ, ਜਾਂ ਫਿਰ ਲੂਇਸ ਫਿਲਿਪ। ਸਹੀ ਆਪਸ਼ਨ ਬਣੂਗੀ ਜੀ ਇੱਥੇ ਆਪਣੇ ਕੋਲ ਫਰਾਂਸੀਸੀ ਕ੍ਰਾਂਤੀ ਦੇ ਸਮੇਂ ਜਿਹੜਾ ਫਰਾਂਸ ਦਾ ਰਾਜ ਸੀ ਉਹ ਹੈਗਾ ਸੀ ਜੀ ਲੂਇਸ 16ਵਾਂ। ਠੀਕ ਹੈ ਜੀ। ਆਪਾਂ ਨੂੰ ਇਸ ਲੈਂਗੁਏਜ ਵਿੱਚ ਵੀ ਲਿਖ ਕੇ ਆ ਸਕਦਾ ਗਾ, ਉਹ ਵੀ ਆਪਾਂ ਨੇ ਯਾਦ ਰੱਖਣਾ ਗਾ। ਧਿਆਨ ਰੱਖਣਾ, ਜਿਹੜਾ ਇਸ ਤਰ੍ਹਾਂ ਹੁੰਦਾ ਉਹ 6 ਹੁੰਦਾ ਗਾ, ਅਤੇ ਕਾਟੀ ਹੁੰਦੀ ਹੈ ਜਿਹੜੀ ਇਹ 10 ਹੁੰਦਾ ਗਾ। ਇਹ ਬਣ ਜੋ ਆਪਣਾ ਲੂਇਸ 16ਵਾਂ। ਨੈਕਸਟ ਹੈ ਜੀ, ਟੈਨਿਸ ਕੋਰਟ ਸੌ ਸੰਬੰਧਿਤ ਹੈ? ਆਪਸ਼ਨ ਹੈ ਜੀ ਨੈਸ਼ਨਲ ਅਸੈਂਬਲੀ ਨਾਲ, ਪਾਦਰੀ ਵਰਗ ਨਾਲ, ਕੁਲੀਨ ਤੰਤਰ ਨਾਲ, ਉਪਰੋਕਤ ਵਿੱਚੋਂ ਕੋਈ ਨਹੀਂ। ਸਹੀ ਆਪਸ਼ਨ ਬਣੂ ਜਿਹੜਾ ਟੈਨਿਸ ਕੋਰਟ ਸੌ ਸੀ ਜੀ, ਹੈਗੀ ਸੀ ਨੈਸ਼ਨਲ ਅਸੈਂਬਲੀ ਨਾਲ। ਆਪਸ਼ਨ ਨੰਬਰ A ਰਾਈਟ ਆਨਸਰ ਹੈ। ਨੈਕਸਟ ਹੈ ਜੀ, ਹੇਠਾਂ ਦਿੱਤਿਆਂ ਵਿੱਚੋਂ ਕਿਹੜਾ ਫਰਾਂਸੀਸੀ ਕ੍ਰਾਂਤੀ ਨਾਲ ਗੂੜ੍ਹੀ ਤਰ੍ਹਾਂ ਸੰਬੰਧਿਤ ਹੈ? ਹਾਂਜੀ, ਜਿਹੜਾ ਫਰਾਂਸੀਸੀ ਕ੍ਰਾਂਤੀ ਨਾਲ ਗੂੜ੍ਹੀ ਤਰ੍ਹਾਂ ਸੰਬੰਧਿਤ ਹੈ ਉਹ ਕੌਣ ਸੀ ਜੀ? ਪੈਰਿਸ, ਵਰਸੇਲਸ, ਬੈਸਟਿਲ ਜੇ। ਨੈਕਸਟ ਹੈਗਾ ਜੀ ਆਪਸ਼ਨ ਨੰਬਰ D ਉਰਲੀਅਨਸ। ਸਹੀ ਆਪਸ਼ਨ ਬਣੂਗਾ ਜੀ ਆਪਸ਼ਨ ਨੰਬਰ C ਬੈਸਟਿਲ। ਚਲੋ ਨੈਕਸਟ ਚੱਲਦੇ ਹਾਂ। ਕਾਰਲ ਮਾਰਕਸ ਨੂੰ ਉਸਦੇ ਕੰਮ ਲਈ ਜਾਣਿਆ ਜਾਂਦਾ ਹੈ? ਹਾਂਜੀ, ਇਹ ਬੁੱਕਸ ਨੇਮ ਲਿਖੇ ਨੇ ਇਹਨਾਂ 'ਚ ਆਪਣੇ। ਕਾਰਲ ਮਾਰਕਸ ਦੀ ਬੁੱਕਸ ਦੱਸਣੀ ਵੀ ਕਿਹੜੀ ਹੈਗੀ। ਆਪਸ਼ਨ ਹੈਗਾ ਆਪਸ਼ਨ ਨੰਬਰ A ਬਣੂਗੀ ਜੀ ਦੀ ਕੈਪੀਟਲ ਨਹੀਂ ਆਉਣਾ ਸੀ ਉਰੇ, 10 ਕੈਪੀਟਲ ਆਉਣਾ ਸੀ। ਠੀਕ ਕਰ ਲਓ। ਠੀਕ ਹੈ, 10 ਕੈਪੀਟਲ, ਦੀ ਵੈਲਥ ਆਫ ਨੇਸ਼ਨ, ਦਾ ਪ੍ਰਿੰਸ, ਵਾਰ ਐਂਡ ਪੀਸ। ਸਹੀ ਆਪਸ਼ਨ ਬਣੂਗੀ ਜੀ ਜਿਹੜੀ ਕਾਰਲ ਮਾਰਕਸ ਨਾਲ ਸੰਬੰਧਿਤ ਹੈ, ਆਪਸ਼ਨ ਨੰਬਰ A 10 ਕੈਪੀਟਲ। ਠੀਕ ਹੈ, ਜਿਹੜਾ ਵੈਲਥ ਆਫ ਨੇਸ਼ਨ ਹੈ ਕਿਹਦੇ ਨਾਲ ਸੰਬੰਧਿਤ ਹੈ? ਇਹ ਐਡਮ ਸਮਿਥ ਨਾਲ ਸੰਬੰਧਿਤ ਹੈ। ਦਾ ਪ੍ਰਿੰਸ, ਵਾਰ ਐਂਡ ਪੀਸ, ਇਹ ਮੈਕਿਆਵਲੀ ਦੀ ਬੁੱਕਸ ਨੇਗੀਆਂ। ਚਲੋ ਨੈਕਸਟ ਚੱਲਦੇ। ਹੇਠਾਂ ਦਿੱਤਿਆਂ ਵਿੱਚੋਂ ਕਿਸ ਨੇ ਸੁਹਿਰਦ ਸੰਧੀ ਨੂੰ ਅਪਣਾਇਆ ਸੀ? ਹਾਂਜੀ, ਜਿਹੜੀ ਸੁਹਿਰਦ ਸੰਧੀ ਹੋਈ ਸੀ, ਇਸ ਨੂੰ ਕਿਸ ਨੇ ਅਪਣਾਇਆ ਸੀ? ਆਪਸ਼ਨ ਹੈ ਜੀ ਐਗਲੋ ਜਾਪਾਨ, ਐਗਲੋ ਜਰਮਨੀ, ਆਸਟਰੋ ਜਰਮਨੀ, ਜਾਂ ਫਿਰ ਐਗਲੋ ਫਰੈਂਚ। ਸੁਹਿਰਦ ਦੀ ਸੰਧੀ ਸੀ ਜਿਸ ਨੂੰ ਆਪਸ਼ਨ ਨੰਬਰ D
ਐਂਗਲੋ ਫ੍ਰੈਂਚ ਨੇ ਅਪਣਾਏ ਸੀ। ਚਲੋ ਨੈਕਸਟ ਚੱਲਦੇ ਹਾਂ। ਆਰਕਡਿਊਕ ਫਰਦੀਨੰਦ ਸੰਬੰਧਿਤ ਸੀ। ਹਾਂਜੀ, ਆਪਾਂ ਨੂੰ ਪਤਾ ਹੈ ਫਸਟ ਵਰਲਡ ਵਾਰ ਨਾਲ ਸੰਬੰਧਿਤ ਹੋਈ ਸੀ। ਇਸ ਦੀ ਡੈਥ ਦੀ ਇਹ ਲੜਾਈ ਸਟਾਰਟ ਹੋਈ ਸੀ ਫਸਟ ਵਰਲਡ ਵਾਰ ਦੀ। ਇਹ ਸੰਬੰਧ ਕਿਹਦੇ ਨਾਲ ਰੱਖਦਾ ਸੀ ਜੀ? ਜਰਮਨ ਸਾਮਰਾਜ ਨਾਲ, ਆਸਟਰੀਆ ਹੰਗਰੀ ਸਾਮਰਾਜ ਨਾਲ, ਰੂਸੀ ਸਾਮਰਾਜ ਨਾਲ ਜਾਂ ਫਿਰ ਬ੍ਰਿਟਿਸ਼ ਸਾਮਰਾਜ ਨਾਲ। ਸਹੀ ਆਪਸ਼ਨ ਹੈਗੇ ਜੀ, ਇਹ ਸੰਬੰਧ ਰੱਖਦਾ ਸੀ ਆਪਸ਼ਨ ਨੰਬਰ ਬੀ, ਆਸਟਰੀਆ ਹੰਗਰੀ ਨਾਲ। ਨੈਕਸਟ ਚੱਲਦੇ ਹਾਂ ਜੀ। ਕਿਸ ਦੇਸ਼ ਨੂੰ ਪੁਨਰ ਜਾਗਰਿਤੀ ਦਾ ਘਰ ਮੰਨਿਆ ਜਾਂਦਾ ਹੈ? ਹਾਂਜੀ, ਕਿਹੜੇ ਦੇਸ਼ ਤੋਂ ਜਿਹੜੀ ਪੁਨਰ ਜਾਗਰਿਤੀ ਸਟਾਰਟ ਹੋਈ ਸੀ ਜੀ? ਆਪਸ਼ਨ ਹੈ ਜੀ ਜਰਮਨੀ, ਇਟਲੀ, ਫਰਾਂਸ ਜਾਂ ਫਿਰ ਸਵਿਟਜ਼ਰਲੈਂਡ। ਸਹੀ ਆਪਸ਼ਨ ਬਣੂਗੀ ਜੀ ਇਹਦੀ ਆਪਸ਼ਨ ਨੰਬਰ ਬੀ, ਇਟਲੀ। ਚਲੋ ਨੈਕਸਟ ਚੱਲਦੇ ਹਾਂ। ਆਈ ਹੋਪ ਤੁਹਾਨੂੰ ਕੁਐਸਚਨ ਵਧੀਆ ਲੱਗ ਰਹੇ ਹੋਣਗੇ। ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜਿਨ੍ਹਾਂ ਨੇ ਅਜੇ ਤੱਕ ਨਹੀਂ ਕੀਤਾ, ਅਤੇ ਲਾਈਕ ਜ਼ਰੂਰ ਕਰਕੇ ਜਾਇਆ ਕਰੋ ਵੀਡੀਓ 'ਤੇ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਤੁਹਾਨੂੰ ਕੁਐਸਚਨ ਕਿਵੇਂ ਦੇ ਲੱਗੇ ਅਤੇ ਤੁਹਾਡੇ ਕਿੰਨੇ ਕੁਐਸਚਨ ਇਹਨਾਂ ਵਿੱਚੋਂ ਠੀਕ ਹੋਏ ਨੇਗੇ। ਠੀਕ ਹੈ ਜੀ, ਚਲੋ ਚੱਲਦੇ ਹਾਂ ਜੀ ਅੱਗੇ। ਮੋਨਾਲੀਸਾ ਰਚਨਾ ਹੈ? ਇਹ ਰਚਨਾ ਨਹੀਂ ਹੈਗੀ ਸੀ ਜੀ, ਇਹ ਪੇਂਟਿੰਗ ਸੀ। ਇਹ ਪੇਪਰ 'ਚ ਕੁਐਸਚਨ ਗਲਤ ਕੀਤਾ ਗਿਆ ਸੀ, ਰਚਨਾ ਲਿਖੀ ਗਈ ਸੀ। ਆਪਸ਼ਨ ਹੈਗਾ ਜੀ ਲਿਓਨਾਰਡੋ ਦੀ ਵਿੰਸੀ ਦੀ, ਆਪਸ਼ਨ ਨੰਬਰ ਬੀ ਮਾਈਕਲ ਐਂਗਲੋ ਦੀ, ਆਪਸ਼ਨ ਨੰਬਰ ਸੀ ਮੈਕਾਈਵਲ ਦੀ ਜਾਂ ਫਿਰ ਆਪਸ਼ਨ ਨੰਬਰ ਡੀ ਰਾਫੇਲ ਦੀ। ਸਹੀ ਆਪਸ਼ਨ ਬਣੂਗੀ ਜੀ ਮੋਨਾਲੀਜ਼ਾ ਨਾਂ ਦੀ ਜਿਹੜੀ ਪੇਂਟਿੰਗ ਸੀ ਇਹ ਹੈਗੀ ਸੀ ਆਪਸ਼ਨ ਨੰਬਰ ਏ, ਲਿਓਨਾਰਡੋ ਦੀ ਵਿੰਸੀ ਦੀ। ਨੈਕਸਟ ਹੈ ਜੀ, ਪੋਪ ਦੀ ਸੀਟ ਕਿੱਥੇ ਸਥਿਤ ਹੈ? ਆਪਸ਼ਨ ਹੈ ਜੀ ਰੋਮ, ਵਿਆਨਾ, ਪੈਰਿਸ ਅਤੇ ਫਲੋਰੇਟਾਈਨ। ਸਹੀ ਆਪਸ਼ਨ ਬਣੂਗੀ ਜੀ ਇਹਦੀ ਪੋਪ ਦੀ ਸੀਟ ਆ ਜਿਹੜੀ ਉਹ ਰੋਮ ਵਿੱਚ ਸਥਿਤ ਹੈ। ਆਪਸ਼ਨ ਨੰਬਰ ਏ ਰਾਈਟ ਆਂਸਰ। ਨੈਕਸਟ ਹੈ ਜੀ, ਮਾਰਟਿਨ ਲੂਥਰ ਸੰਬੰਧਿਤ ਹੈ ਕੈਥੋਲਿਕ ਮਤ ਨਾਲ, ਪ੍ਰੋਟੈਸਟ ਮਤ ਨਾਲ, ਐਂਗਲੀਕੀ ਮਤ ਨਾਲ ਜਾਂ ਫਿਰ ਉਪਰੋਕਤ ਵਿੱਚੋਂ ਕੋਈ ਵੀ ਨਹੀਂ। ਮਾਰਟਿਨ ਲੂਥਰ ਸੀ ਜੀ ਇਹ ਇੱਕ ਪ੍ਰੋਟੈਸਟ ਮਤ ਨਾਲ ਸੰਬੰਧਿਤ ਸੀ। ਆਪਸ਼ਨ ਨੰਬਰ ਬੀ ਰਾਈਟ ਹੈ। ਦਹਿਸ਼ਤ ਦੀ ਪ੍ਰਭੂਸੱਤਾ ਦੌਰਾਨ ਕੌਣ ਪ੍ਰਮੁੱਖ ਸੀ? ਹਾਂਜੀ, ਜਿਹੜੀ ਦਹਿਸ਼ਤ ਦੀ ਪ੍ਰਭੂਸੱਤਾ ਸੀ ਉਸ ਸਮੇਂ ਸੀ ਜਿਹੜਾ ਕੌਣ ਪ੍ਰਮੁੱਖ ਸੀ ਜੀ? ਆਪਸ਼ਨ ਹੈਗੇ ਜੀ ਰੋਬਸਪੇਰ, ਵੋਲਟੇਅਰ, ਨੈਪੋਲੀਅਨ ਬੋਨਾਪਾਰਟ ਜਾਂ ਫਿਰ ਰੋਸੀਓ। ਸਹੀ ਆਪਸ਼ਨ ਹੈਗਾ ਜੀ ਇਹਦੀ ਆਪਸ਼ਨ ਨੰਬਰ ਏ, ਜੋ ਦਹਿਸ਼ਤ ਦੀ ਪ੍ਰਭੂਸੱਤਾ ਸੀ ਜੋ ਰੋਬਸਪੇਰ ਨਾਲ ਸੰਬੰਧਿਤ ਸੀ। ਉਸ ਸਮੇਂ ਜਿਹੜਾ ਰੋਬਸਪੇਰ ਦੀ ਇਹ ਪ੍ਰਮੁੱਖ ਸੀ। ਨੈਕਸਟ ਹੈ ਜੀ, ਨੈਪੋਲੀਅਨ ਬੋਨਾਪਾਰਟ ਨੇ ਮਹੱਤਵ ਪ੍ਰਾਪਤ ਕੀਤੀ ਸੀ? ਹਾਂਜੀ, ਉਹਨੂੰ ਜਿਹੜੀ ਇੱਕ ਫੇਮ ਮਿਲੀ ਸੀ, ਮਹੱਤਤਾ ਮਿਲੀ ਸੀ, ਕਿਤੋਂ ਪ੍ਰਾਪਤ ਹੋਈ ਸੀ? ਆਪਸ਼ਨ ਹੈ ਜੀ ਦੀ ਥਰਡ ਸਟੇਟ ਵਿੱਚ, ਦੀ ਨੈਸ਼ਨਲ ਅਸੈਂਬਲੀ ਵਿੱਚ, ਦੀ ਨੈਸ਼ਨਲ ਕਨਵੈਨਸ਼ਨ ਵਿੱਚ, ਦੀ ਡਾਇਰੈਕਟਰੀ ਵਿੱਚ। ਸਹੀ ਆਪਸ਼ਨ ਹੈਗੇ ਜੀ ਜਿਹੜੀ ਮਹੱਤਤਾ ਪ੍ਰਾਪਤ ਹੋਈ ਸੀ ਜੀ ਨੈਪੋਲੀਅਨ ਬੋਨਾਪਾਰਟ ਨੂੰ, ਉਹ ਹੋਈ ਸੀ ਜੀ ਆਪਸ਼ਨ ਨੰਬਰ ਡੀ, ਦੀ ਡਾਇਰੈਕਟਰੀ ਵਿੱਚ। ਚਲੋ ਨੈਕਸਟ ਚੱਲਦੇ ਹਾਂ। ਗੁਲੋਟਿਨ ਨੂੰ ਕਿਸ ਲਈ ਜਾਣਿਆ ਜਾਂਦਾ ਹੈ? ਆਪਸ਼ਨ ਹੈ ਜੀ ਸੇਧਣ, ਫਾਂਸੀ, ਨਿਰਮਾਣ ਜਾਂ ਫਿਰ ਚਲਾਉਣ ਦੀ ਕਿਰਿਆ। ਸਹੀ ਆਪਸ਼ਨ ਬਣਦੀ ਹੈ ਜੀ ਜਿਹੜੀ ਗੁਲੋਟਿਨ ਨੂੰ ਜਾਣਿਆ ਜਾਂਦਾ ਹੈ ਫਾਂਸੀ ਦੀ ਜਾਣਿਆ ਜਾਂਦਾ ਹੈ। ਆਪਸ਼ਨ ਨੰਬਰ ਬੀ ਰਾਈਟ ਆਂਸਰ। ਨੈਕਸਟ ਹੈ ਜੀ ਮੈਰੀ ਨਾਮ ਪੜ੍ਹਨ 'ਚ ਥੋੜ੍ਹੀ ਜਿਹੀ ਮਿਸਟੇਕ ਹੋ ਗਈ। ਮੈਰੀ ਐਂਟੋਨੈਟ ਕੌਣ ਸੀ? ਹਾਂਜੀ, ਇੱਕ ਨ੍ਰਿਤਕੀ ਸੀ, ਦਾਰਸ਼ਨਿਕ, ਰਾਣੀ ਜਾਂ ਫਿਰ ਰਾਜਕੁਮਾਰੀ। ਜਿਹੜੀ ਮੈਰੀ ਐਂਟੋਨੈਟ ਸੀ ਜੀ ਇਹ ਇੱਕ ਰਾਣੀ ਸੀ। ਆਪਸ਼ਨ ਨੰਬਰ ਸੀ ਰਾਈਟ ਹੈ ਜੀ। ਨੈਕਸਟ ਹੈ ਜੀ, ਉਦਯੋਗਿਕ ਕ੍ਰਾਂਤੀ ਦੀ ਸ਼ੁਰੂਆਤ ਨਾਲ ਕਿਹੜਾ ਦੇਸ਼ ਸੰਬੰਧਿਤ ਹੈ? ਹਾਂਜੀ, ਉਦਯੋਗਿਕ ਕ੍ਰਾਂਤੀ ਨਾਲ ਕੌਣ ਸੰਬੰਧਿਤ ਹੈ? ਆਪਸ਼ਨ ਹੈ ਜੀ ਇੰਗਲੈਂਡ, ਫਰਾਂਸ, ਜਰਮਨੀ ਜਾਂ ਫਿਰ ਜਾਪਾਨ। ਸਹੀ ਆਪਸ਼ਨ ਹੈਗਾ ਜੀ ਆਪਸ਼ਨ ਨੰਬਰ ਏ ਇੰਗਲੈਂਡ ਨੂੰ ਉਦਯੋਗਿਕ ਕ੍ਰਾਂਤੀ ਦਾ ਘਰ ਵੀ ਮੰਨਿਆ ਜਾਂਦਾ। ਠੀਕ ਹੈ, ਚਲੋ ਹਾਂਜੀ, ਹੁਣ ਪ੍ਰੀਵੀਅਸ ਪੇਪਰ ਆਪਣੇ ਖਤਮ ਹੋ ਗਏ, ਅੱਗੇ ਆਪਾਂ ਕੁਛ ਐਕਸਪੈਕਟਡ ਕੁਐਸਚਨ ਲੈ ਕੇ ਆ ਰਹੇ ਹਾਂਗੇ। ਚਲੋ ਜੀ, ਯੂਰਪ ਦੇ ਇਤਿਹਾਸ ਵਿੱਚ ਗੁਲਾਬਾਂ ਦੀ ਜੰਗ ਕਿਸ ਨਾਲ ਸੰਬੰਧਿਤ ਹੈ? ਆਪਸ਼ਨ ਹੈ ਜੀ
ਇੰਗਲੈਂਡ ਅਤੇ ਫਰਾਂਸ ਦਾ ਯੁੱਧ, ਇੰਗਲੈਂਡ ਦਾ ਸਿਵਲ ਯੁੱਧ, ਐਂਗਲੋ ਸਪੈਨਿਸ਼ ਦਾ ਯੁੱਧ ਜਾਂ ਫਿਰ ਪਰਸੀਆ ਅਤੇ ਆਸਟਰੀਆ ਦੀ ਜੰਗ। ਸਹੀ ਆਪਸ਼ਨ ਬਣੂਗੀ ਜਿਹੜਾ ਗੁਲਾਬਾਂ ਦੀ ਜੰਗ ਸੀ ਜੀ, ਇਹ ਕਿਹਦੇ ਨਾਲ ਸੰਬੰਧਿਤ ਹੈ ਜੀ? ਆਪਸ਼ਨ ਨੰਬਰ ਬੀ, ਜਿਹੜਾ ਇੰਗਲੈਂਡ ਦਾ ਸਿਵਲ ਵਾਰ ਸੀ ਉਸ ਨਾਲ ਸੰਬੰਧਿਤ ਸੀ। ਨੈਕਸਟ ਹੈ ਜੀ ਮੈਗਨਾ ਕਾਰਟਾ ਕੀ ਹੈ? ਇਹ ਵੀ ਇੰਗਲੈਂਡ ਬਾਰੇ ਹੈ ਜੀ, ਬ੍ਰਿਟੇਨ ਬਾਰੇ। ਜਿਹੜਾ ਮੈਗਨਾ ਕਾਰਟਾ ਕੀ ਸੀ ਜੀ? ਆਪਸ਼ਨ ਹੈਗਾ ਜੀ ਇੱਕ ਇਤਿਹਾਸਿਕ ਦਸਤਾਵੇਜ਼ ਜਿਸ ਵਿੱਚ ਰਾਜੇ ਦੀ ਸ਼ਕਤੀ ਨੂੰ ਖਤਮ ਕਰ ਦਿੱਤਾ ਗਿਆ ਸੀ, ਬ੍ਰਿਟਿਸ਼ ਜਲ ਸੈਨਾ ਦਾ ਇੱਕ ਸਮੁੰਦਰੀ ਜਹਾਜ਼, ਜਾਂ ਫਿਰ ਨੈਪੋਲੀਅਨ ਦੀਆਂ ਲੜਾਈਆਂ ਵਿੱਚੋਂ ਇੱਕ ਲੜਾਈ, ਇੱਕ ਅੰਗਰੇਜ਼ੀ ਰਾਜੇ ਦਾ ਨਾਮ। ਮੈਗਨਾ ਕਾਰਟਾ ਸੀ ਜੀ ਇੱਕ ਇਤਿਹਾਸਿਕ ਦਸਤਾਵੇਜ਼ ਸੀ ਜਿਸ ਵਿੱਚ ਉਸ ਸਮੇਂ ਜਿਹੜੀਆਂ ਰਾਜੇ ਦੀਆਂ ਸ਼ਕਤੀਆਂ ਨੇ ਉਸਨੂੰ ਖਤਮ ਕਰ ਦਿੱਤਾ ਗਿਆ ਸੀ, ਕਿਉਂਕਿ ਉਸ ਤੋਂ ਪਹਿਲਾਂ ਜਿਹੜਾ ਰਾਜਾ ਤੇ ਮਨਾਰਕ ਸੀ ਉਹ ਆਪਣੀ ਸ਼ਕਤੀ ਦੀ ਵਰਤੋਂ ਬਹੁਤ ਜ਼ਿਆਦਾ ਕਰਦਾ ਸੀ, ਉਸ 'ਤੇ ਕਿਸੇ ਦਾ ਵੀ ਕੰਟਰੋਲ ਨਹੀਂ ਸੀ, ਉਹ ਜਿਵੇਂ ਚਾਹੁੰਦਾ ਸੀ ਪੂਰੇ ਦੇਸ਼ ਨੂੰ ਕੰਟਰੋਲ ਕਰ ਸਕਦਾ ਸੀ। ਹਾਂਜੀ, ਜਿਹੜਾ ਮੈਗਨਾ ਕਾਰਟਾ ਸੀ ਕਿ ਇਤਿਹਾਸਿਕ ਦਸਤਾਵੇਜ਼ ਸੀ ਜਿਸ ਵਿੱਚ ਜਿਹੜੀਆਂ ਰਾਜੇ ਦੀਆਂ ਸ਼ਕਤੀਆਂ ਨੇ ਉਸਨੂੰ ਖਤਮ ਕਰ ਦਿੱਤਾ ਗਿਆ ਸੀ। ਠੀਕ ਹੈ, ਇਹ ਬ੍ਰਿਟੇਨ ਨਾਲ ਸੰਬੰਧਿਤ ਹੈ, ਇਸਨੂੰ ਆਪਾਂ UK ਵੀ ਕਹਿ ਦਿੰਦੇ ਹੈਗੇ। ਚਲੋ ਨੈਕਸਟ ਹੈ ਜੀ ਮੈਗਨਾ ਕਾਰਟਾ ਡੈਸ਼ ਕਾਰਜਕਾਲ ਵਿੱਚ ਦਸਤਖਤ ਕੀਤੇ ਗਏ। ਹਾਂਜੀ, ਆਪਸ਼ਨ ਹੈ ਜੀ ਰਾਣੀ ਐਲਿਜ਼ਾਬੈਥ, ਜੌਹਨ ਦੂਜਾ, ਹੈਨਰੀ ਚੌਥਾ ਅਤੇ ਐਡਵਰਡ ਦੂਜਾ। ਸਹੀ ਆਪਸ਼ਨ ਹੈਗੇ ਜੀ ਮੈਗਨਾ ਕਾਰਟਾ 'ਤੇ ਜਿਹੜੇ ਦਸਤਖਤ ਕੀਤੇ ਗਏ ਸੀ ਉਹ ਹੈਗੇ ਸੀ ਜੌਹਨ ਦੂਜਾ। ਠੀਕ ਆ ਜੀ, ਜੌਹਨ ਦੂਜੇ ਦੀਆਂ ਸ਼ਕਤੀਆਂ ਨੂੰ ਜਿਹੜਾ ਕੰਟਰੋਲ ਕਰਨ ਦੇ ਲਈ ਮੈਗਨਾ ਕਾਰਟਾ 'ਤੇ ਦਸਤਖਤ ਕੀਤੇ ਗਏ ਸੀ। ਨੈਕਸਟ ਹੈ ਜੀ ਪੁਨਰ ਜਾਗ੍ਰਿਤੀ ਹੈ। ਹਾਂਜੀ, ਜਿਹੜਾ ਰੈਨੇਸਾਂਸ ਪੀਰੀਅਡ ਇਹ ਕੀ ਹੈ? ਆਪਸ਼ਨ ਹੈ ਜੀ ਇੰਗਲੈਂਡ ਅਤੇ ਫਰਾਂਸ ਦੇ ਵਿਚਕਾਰ ਹੋਈ ਇੱਕ ਲੜਾਈ, ਜਾਂ ਫਿਰ ਗਿਆਨ ਦੇ ਪੁਨਰ ਜਨਮ ਦਾ ਕਾਲ, ਫਰਾਂਸੀਸੀ ਕ੍ਰਾਂਤੀ ਦੀ ਇੱਕ ਘਟਨਾ, ਰੂਸੀ ਕ੍ਰਾਂਤੀ ਦੀ ਇੱਕ ਘਟਨਾ। ਸਹੀ ਆਪਸ਼ਨ ਹੈਗਾ ਜੀ ਪੁਨਰ ਜਾਗ੍ਰਿਤੀ ਕੀ ਸੀ ਜੀ? ਗਿਆਨ ਦਾ ਜਿਹੜਾ ਪੁਨਰ ਜਾਗਰਣ ਹੋਇਆ ਸੀ ਉਸ ਦਾ ਕਾਲ ਸੀ। ਠੀਕ ਹੈ, ਇਹਨੂੰ ਕੀ ਕਹਿੰਦੇ? ਗਿਆਨ ਦੇ ਪੁਨਰ ਜਨਮ ਦਾ ਕਾਲ, ਕਿਉਂਕਿ ਉਸ ਸਮੇਂ ਗਿਆਨ ਦਾ ਦੁਬਾਰਾ ਤੋਂ ਇੱਕ ਪੁਨਰ ਜਨਮ ਹੋਇਆ ਸੀਗਾ। ਉਸ ਤੋਂ ਪਹਿਲਾਂ ਜਿਹੜਾ ਲੋਕਾਂ ਨੂੰ ਗਿਆਨ ਬਹੁਤ ਘੱਟ ਸੀ, ਕਿਉਂਕਿ ਲੋਕਾਂ ਦੀਆਂ ਸਾਰੀਆਂ ਇੱਛਾਂ ਦਬਾਈਆਂ ਜਾਂਦੀਆਂ ਸਨ। ਪੋਪ ਜਿਹੜਾ ਉਸ ਸਮੇਂ ਮਨਾਰਕ ਬਣ ਗਏ ਅਤੇ ਸਾਰੀ ਸ਼ਕਤੀ 'ਤੇ ਕੰਟਰੋਲ ਕਿਹਦਾ ਹੋ ਗਿਆ ਸੀ? ਪੋਪ ਦਾ ਹੋ ਗਿਆ ਸੀ। ਪੋਪ ਦੀ ਸ਼ਕਤੀ ਨੂੰ ਘਟਾ ਕੇ ਪੁਨਰ ਜਾਗ੍ਰਿਤੀ ਕਾਲ ਵਿੱਚ ਗਿਆਨ ਦਾ ਜਿਹੜਾ ਪੁਨਰ ਜਾਗਰਣ ਕੀਤਾ ਗਿਆ ਸੀ। ਇਸ ਦਾ ਘਰ ਕਿਹਨੂੰ ਕਿਹਾ ਜਾਂਦਾ ਜੀ? ਪੁਨਰ ਜਾਗਰਣ ਦਾ ਘਰ ਕਿਹਾ ਜਾਂਦਾ ਜੀ ਇਟਲੀ ਨੂੰ। ਠੀਕ ਹੈ, ਚਲੋ ਨੈਕਸਟ ਚੱਲਦੇ ਹਾਂ। ਪੁਨਰ ਜਾਗ੍ਰਿਤੀ ਦਾ ਯੂਰਪ ਵਿੱਚ ਉਦੈ ਹੋਇਆ। ਹਾਂਜੀ, ਜਿਹੜੀ ਪੁਨਰ ਜਾਗ੍ਰਿਤੀ ਸੀ ਉਸ ਦਾ ਯੂਰਪ ਵਿੱਚ ਉਦੈ ਕਿਹੜੀ ਸਦੀ ਵਿੱਚ ਹੋਇਆ ਸੀ? ਆਪਸ਼ਨ ਹੈ ਜੀ 18ਵੀਂ ਸ਼ਤਾਬਦੀ ਵਿੱਚ, 15ਵੀਂ ਸ਼ਤਾਬਦੀ ਵਿੱਚ, 10ਵੀਂ ਸ਼ਤਾਬਦੀ ਵਿੱਚ ਜਾਂ ਫਿਰ 12ਵੀਂ ਸ਼ਤਾਬਦੀ ਵਿੱਚ। ਸਹੀ ਆਪਸ਼ਨ ਬਣਦਾ ਜੀ ਆਪਸ਼ਨ ਨੰਬਰ ਬੀ, 15ਵੀਂ ਸ਼ਤਾਬਦੀ ਵਿੱਚ ਹੋਇਆ ਸੀ। ਠੀਕ ਹੈ, ਇਹ ਇੰਪੋਰਟੈਂਟ ਹੈ, ਨੋਟ ਕਰ ਲੈਣਾ ਜੀ। ਕਈ ਵਾਰ ਸਦੀਆਂ ਜੀ ਵਾਲੇ ਪੁੱਛ ਲੈਂਦੇ ਨੇ ਜਿਨ੍ਹਾਂ 'ਚ ਆਪਾਂ ਨੂੰ ਕਨਫਿਊਜ਼ਨ ਹੁੰਦੀ, ਆਪਾਂ ਕਈ ਵਾਰ ਇੰਨਾ ਧਿਆਨ ਵੀ ਨਹੀਂ ਦਿੰਦੇ ਹੈਗੇ। ਕੀ ਬਣੂਗੀ ਜੀ ਕਿਹੜੀ ਸ਼ਤਾਬਦੀ ਨਾਲ ਸੰਬੰਧਿਤ ਆ? ਪੁਨਰ ਜਾਗਰਣ ਹੈ ਜਿਹੜਾ ਇਹ 15ਵੀਂ ਸ਼ਤਾਬਦੀ ਨਾਲ। ਨੈਕਸਟ ਹੈ ਜੀ ਯੂਰਪ ਵਿੱਚ ਮਨੁੱਖਤਾਵਾਦ ਦੀ ਇੱਕ ਮੁੱਖ ਵਿਸ਼ੇਸ਼ਤਾ ਸੀ। ਆਪਸ਼ਨ ਹੈ ਜੀ ਵਿਅਕਤੀਗਤ ਅਧਿਕਾਰਾਂ ਨਾਲੋਂ ਰਾਜ ਦੀ ਸਰਵਸ਼੍ਰੇਸ਼ਟਤਾ ਵਿੱਚ ਵਿਸ਼ਵਾਸ, ਪੁਰਾਣੀਆਂ ਸੱਭਿਅਤਾਵਾਂ ਅਤੇ ਉਹਨਾਂ ਦੇ ਰੀਤੀ ਰਿਵਾਜ਼ਾਂ ਦੀ ਅਸਵੀਕ੍ਰਿਤੀ, ਸਮਾਜਿਕ ਕੰਟਰੋਲ ਉੱਤੇ ਜ਼ੋਰ ਅਤੇ ਰਾਸ਼ਟਰੀ ਨੇਤਾਵਾਂ ਦਾ ਆਗਿਆ ਪਾਲਣ, ਜਾਂ ਫਿਰ ਆਪਸ਼ਨ ਨੰਬਰ ਡੀ ਹੈਗੇ ਜੀ ਵਿਅਕਤੀਗਤ ਪ੍ਰਾਪਤੀ ਦੀ ਮੁੱਢਲੀ ਯੋਗਤਾ ਦੀ ਪ੍ਰਸ਼ੰਸਾ। ਸਹੀ ਆਪਸ਼ਨ ਬਣੂਗੀ ਜੀ ਇੱਥੇ ਆਪਸ਼ਨ ਨੰਬਰ ਡੀ। ਜਿਹੜਾ ਯੂਰਪ ਵਿੱਚ ਮਨੁੱਖਤਾਵਾਦ ਦਾ ਉਦੈ ਹੋਇਆ ਸੀ ਜੀ ਪੁਨਰ ਜਾਗਰਣ ਨਾਲ, ਉਹ ਕਿਹਦੇ ਆਲੇ ਦੁਆਲੇ ਘੁੰਮਦਾ ਸੀ? ਵਿਅਕਤੀਗਤ ਪ੍ਰਾਪਤੀ ਦੀ ਮੁੱਢਲੀ ਯੋਗਤਾ ਦੀ ਪ੍ਰਸ਼ੰਸਾ ਨਾਲ। ਨੈਕਸਟ ਚੱਲਦੇ ਹਾਂ ਜੀ ਪੁਨਰ ਜਾਗਰਣ ਦੀ ਧਾਰਨਾ ਹੈ ਫ੍ਰੈਂਚ, ਜਰਮਨ, ਇੰਗਲਿਸ਼ ਜਾਂ ਫਿਰ ਲੈਟਿਨ। ਸਹੀ ਆਪਸ਼ਨ ਹੈ ਜੀ ਆਪਸ਼ਨ ਨੰਬਰ ਡੀ, ਇਹ ਇੱਕ ਲੈਟਿਨ ਧਾਰਨਾ ਗੀ। ਨੈਕਸਟ ਚੱਲਦਾ ਜੀ ਪੁਨਰ ਜਾਗਰਣ ਦੇ ਇਟਲੀ ਵਿੱਚ ਹੋਏ ਪ੍ਰਸਿੱਧ ਵਿਦਵਾਨ ਹਨ। ਹਾਂਜੀ, ਜਿਹੜਾ ਪ੍ਰਸਿੱਧ ਵਿਦਵਾਨ ਆ ਉਹਨਾਂ ਬਾਰੇ ਪੁੱਛਿਆ ਕਿਹੜਾ ਸੀ? ਆਪਸ਼ਨ ਹੈ ਜੀ ਦਾਤੇ, ਪੈਟਰੋਚ, ਬੋਕਾਸੀਓ, ਉਪਰੋਕਤ ਵਿੱਚੋਂ ਕੋਈ ਵੀ ਨਹੀਂ। ਸਹੀ ਆਪਸ਼ਨ ਬਣੂ ਜੀ ਆਪਸ਼ਨ ਨੰਬਰ ਡੀ ਪੈਟਰੋਚ। ਚਲੋ ਨੈਕਸਟ ਚੱਲਦੇ, ਕਿਸ ਨੂੰ ਇਟਾਲੀਅਨ ਕਵਿਤਾ ਦਾ ਪਿਤਾਮਾ ਕਿਹਾ ਜਾਂਦਾ ਹੈ? ਹਾਂਜੀ, ਕਿਹੜਾ ਸੀ ਜਿਹੜਾ ਇਟਾਲੀਅਨ ਕਵਿਤਾ ਨਾਲ ਸੰਬੰਧ ਰੱਖਦਾ ਸੀ? ਆਪਸ਼ਨ ਹੈ ਜੀ ਦਾਂਤੇ, ਪੈਟਰਾਚ,
बोकासियो। उपरोक्त विचों कोई भी नहीं। सही ऑप्शन है जी ऑप्शन नंबर ए दांते। ठीक है, ये भी इंपॉर्टेंट है। नैक्सट चलते हैं, पुनर्जागरण की कलाकृति के मुख्य सिद्धांत सन। ऑप्शन है जी राउड, ऑर्चिज, टाल, कोलमस या फिर बिग डोमस। ऑप्शन नंबर डी उपरोक्त सारे। पुनर्जागृति की जी कलाकृति सी जी उस लिए ये सारे सिद्धांत सन। ऑप्शन नंबर डी। किहड़े किहड़े सी? राउड, ऑर्चिज, टाल, कोलमस अते बिग डोमस। नैक्सट है जी पुनर्जागृति की एक मुख्य विशेषता सी अनुसारता, मनुखतावाद, रहस्यवाद, आग्ञा पालन। सही ऑप्शन है जी ऑप्शन नंबर बी मनुखतावाद। पुनर्जागृति विच मेन की होया सी मनुखतावाद प्लस जिहड़ा ज्ञान का उदय होया सीगा। ठीक है, जे की पॉइंट पूछ लैण मनुखतावाद ते ज्ञान का उदय, ये दो की पॉइंट बन जाएंगे जी। किहड़ा कथन पश्चिमी यूरोप उत्ते पुनर्जागृति के सीधे प्रभाव की व्याख्या करता है? ऑप्शन है जी मनुखवाद के दर्शन ने रोमन कैथोलिक चर्च की ताकत घटाई। ऑप्शन नंबर बी कला ने धार्मिक उद्देश्य ते ज़्यादा जोर देना शुरू कर दिता। खेत्र विच अल्पसंख्यक जाति समूहों विच राष्ट्रवादी गतिविधियां घटियां। या फिर ऑप्शन नंबर डी हैगा जी गैर केंद्री ढांचे विच स्थिरता लियाउण लई जगीरदारी प्रणाली विकसित हुई। सही ऑप्शन है जी ऑप्शन नंबर ए। पुनर्जागृति जिहड़े सीधे प्रभाव पै सी मनुखतावाद के दर्शन ने रोमन जिहड़ी कैथोलिक चर्च सी उसकी ताकत की घटा दिती सी। चलो नैक्सट चलते हैं। उत्तरी इटली विच पुनर्जागृति के फलन फुलन विच सहायता देने वाला एक तत्त सी की खेत्र विच? हाँ जी, किहड़े खेत्र विच सी ओह? ऑप्शन है जी कलावां विच निवेश करने वाली एक अमीर श्रेणी सी, सरकार का एक समूह दा समाजवादी रूप सी, वैजेंटाइन साम्राज्य विच सीमित संपर्क सी, एक सुंगड़ दी मध्य श्रेणी सी। सही ऑप्शन है जी इन्हें बदन फुलन विच हैल्प की सी जी वो है सी ऑप्शन नंबर ए कलावां विच निवेश करने वाली एक अमीर श्रेणी सी। नैक्सट है जी पुनर्जागृति के दौरान यूरोप समाज मध्यकाल के दौरान यूरोपी समाज नालों वख हो गया सी क्योंकि पुनर्जागृति के दौरान ऑप्शन है जी चर्च प्रभावी नहीं रह गई सी, व्यक्तिगत योग्यता ते जोर वध गया सी, आर्थिक गतिविधियां घटियां सन, कला विच धार्मिक उद्देश्यां दा खात्मा हो गया सी। सही ऑप्शन बनू जी इहदी ऑप्शन नंबर बी व्यक्तिगत योग्यता ते जोर सी जिहड़ा ओह वध गया सी जी उस समय। चलो नैक्सट चलते हैं। ये थोड़े जे वन लाइनर ने जी आपां 4 स्लाइडां कीतियां ने ऐड विच। चलो देखते हैं जी अष्ट प्रधान समिति का विघटन किसने कराया सी? हाँ जी, जिहड़ी अष्ट प्रधान समिति सी इसका विघटन किसने कराया सी? संभाजी। ठीक है, नैक्सट है जी मुगल काल दे ओह मंत्री जो सेना का प्रधान सी की कहलाउंदा सी? हाँ जी, मुगल काल विच जिहड़ा सेना का मुखी हुंदा सी मंत्री हुंदा सी ओह की कहलाउंदा सी? आंसर है जी मीर बख्शी। नैक्सट है जी तैमूर ने किस दे काल विच भारत ते हमला किया सी? ये किया सी नसीरुद्दीन महमूद। ठीक है जी, किसका काल चल रहा उस समय भारत विच? नसीरुद्दीन महमूद का काल सी जी। नैक्सट है जी भारत विच यूरोपीयन व्यापारियों के आगमन का सही क्रम लिखो। हाँ जी, जिहड़े यूरोपीयन व्यापारी भारत विच आए ने उन्होंने वध तो सब तो पहला किहड़ा आया सी उहदे बारे एक सही क्रम दसना। सब तो पहला किहड़े आए सी जी? पुर्तगाली, फिर अंग्रेज़, फिर डच, फिर फ्रांसीसी। ठीक है, सही क्रम च लिखना आपां सही च दस रहे तुहानूं। फस्ट किहड़ा सी? पुर्तगाली, फिर अंग्रेज़, फिर डच, उस तो बाद फ्रांसीसी। चलो नैक्सट चलते हैं। गीत गोविंद के रचनहार जयदेव राजा लक्ष्मण सेन के दरबार नूं संशोभित करते सन। राजा लक्ष्मण सेन कित्थों का शासक सी या शासक सन? ऑप्शन इहदा जिहड़ा आंसर है जी बंगाल दे। ठीक है, पहला तो क्वेश्चन यही बन सकता भी गीत गोविंद की रचना किसने की? आंसर बनूगा जयदेव। जयदेव किस दे दरबारी कवि सन? राजा लक्ष्मण सेन दे। ठीक है, तो लक्ष्मण सेन कित्थों का शासक सी? बंगाल का।
ठीक है, अपने 3 क्वेश्चन बन गए जी एक त्यों। नैक्सट चलते हैं जी विजयनगर 1336 ਅਤੇ ਬਹਮਣੀ 1347 ਰਾਜਾਂ ਦੇ ਉਦੇ ਦੇ ਸਮੇਂ ਦਿੱਲੀ ਵਿੱਚ ਕੌਣ ਸ਼ਾਸਕ ਸੀ? ਆਂਸਰ ਹੈਗਾ ਜੀ महमूद बिन तुगलक। ठीक है, विजयनगर कदों बना सी जी 1336 विच, बहमणी कदों होया सी जी 1347। उस समय दिल्ली विच कौन शासन कर रहा सी जी? मुहम्मद बिन तुगलक। 3 चीज़ां अपनियां क्लीयर हो रही ने जी, ध्यान रखना। एक विजयनगर बारे, एक बहमणी बारे ते दिल्ली का उस समय कार्यकाल कौन संभाल रहा सी। नैक्सट है जी दिल्ली सल्तनत का किहड़ा सुल्तान मंगोल हमलावर चंगेज खान का समकाली सी? यह हैगा सी जी इल्तुतमिश। नैक्सट है जी किस स्थान ते अवशेष विजयनगर सम्राट की पुरानी राजधानी का प्रतिनिधित्व करते हैं? हाँ जी, तो घुमा फिरा के ही पूछा जा रहा है कि विजयनगर सम्राट की जिहड़ी पुरानी राजधानी किहड़ी सी? वो हैगी सी हंपी। नैक्सट है जी मामलपुरम के रथ स्मारकों का निर्माण किन्हां शासकों ने करवाया सी? ये कराया सी जी पल्लव शासकों ने। चलो नैक्सट चलते हैं जी मामलपुरम के रथ स्मारकों का निर्माण किन्हां शासकों ने करवाया सी? ये पौने करके है जी पल्लव शासकों ने। मुगल सम्राट औरंगजेब किस वाद यंत्र का प्रयोग करते सन? हाँ जी, वो की किहड़ा यंत्र सी जिहड़ा म्यूजिकली यूज़ करते सी? वो करते सी जी वीणा। नैक्सट है जी रिंगवेद काल विच निशुक किस अंग विच पहनण वाला गहना सी? ये हैगा सी जी गले विच पहनण वाला। नैक्सट है जी दिल्ली के किस सुल्तान के अनुसार सुल्तान पृथ्वी ते ईश्वर का साया ते उसका वाइस रीजेंट सी? ये सी जी गयासुद्दीन बलबन। ठीक है जी, गयासुद्दीन बलबन राइट आंसर है। चलो नैक्सट है जी अकबरनामा अते आईने अकबरी नामक पुस्तकां किसने लिखियां सन? अकबरनामा ते जिहड़ी आईने अकबरी है किहदे वल्लों लिखी गई सी? अबुल फजल द्वारा। नैक्सट है जी सभा ते समिति प्रजापतियों दियां 2 पुत्रियां सन, यह किस वेद विच कहा गया है? हाँ जी, सभा ते समिति नूं किहड़े वेद विच कहा गया सी कि यह प्रजापति दियां 2 पुत्रियां ने? यह कहा गया सी जी अर्थवेद विच। नैक्सट है जी इंपॉर्टेंट भी यह नोट कर लेना प्लीज़। नैक्सट है जी हड़प्पा के सिद्धू काल के दौरान दे बाद किसने सिद्धू सभ्यता नूं हड़प्पा सभ्यता का नाम दिता? हाँ जी, हड़प्पा के जिहड़ा सिद्धू काल तो बाद विच सिद्धू सभ्यता नूं जिहड़ा हड़प्पा सभ्यता का नाम दिता सी, वो किसने दिता सी? ये दिता गया सी जी सर जॉन मार्शल ने। नैक्सट है जी आयुर्वेद का उद्गम किस वेद विच मन्निया जाता है? जिहड़ा आयुर्वेद का उदय होया सी जी यह यजुर्वेद तो। ठीक है, नैक्सट है जी संगम ਸਾਹਿਤ ਦੀ ਭਾਸ਼ਾ ਕਿਹੜੀ ਸੀ? ਇਹ ਹੈਗੀ ਸੀ ਤਾਮਿਲ। आई होप ਤੁਹਾਨੂੰ सारा ਵਧੀਆ ਲੱਗ ਰਹੇ ਹੋਣਗੇ क्वेश्चन। ਜੇ ਅਜੇ तक किसी ने लाइक नहीं किया तो प्लीज़ लाइक जरूर कर दो। चलो जी अगे चल जाएंगे। संगम ਸਾਹਿਤ की रचना किन्हां शासकों के संरक्षण विच कीती गई सी? ये कीती गई सी जी पांडे शासकों के। नैक्सट है जी मनसब देण की प्रथा किस मुगल सुल्तान ने शुरू की सी? जिहड़ी मनसब की प्रथा सी जी यह इल्तुतमिश ने स्टार्ट की सी। नैक्सट है जी किस मुगल शासक ने जागीरदारी व्यवस्था की नींह रखी? हाँ जी, जिहड़ी जागीरदारी व्यवस्था सी इहदी नींह रखी सी जी अकबर ने। नैक्सट है जी किस शासक ने आईने दहशाला पद्धति की शुरुआत की सी? ये अकबर ने की सी। किहड़ी पद्धति जी? आईने दहशाला पद्धति। नैक्सट है जी दखन का कबीर किस भगती संत नूं कहा जाता है? ये कहा जाता जी तुकाराम नूं। ठीक है, ये थोड़ा जा इत्थों फटी हुई है बुक तुकाराम। इंपॉर्टेंट है जी दखन का कबीर किहनूं कहा जाता जी? तुकाराम नूं। नैक्सट है जी ये लास्ट है बस अज लई। फस्ट हैगा जी किस मराठा शासक समय मराठा राज संघ सिद्धांत अते आधारित साम्राज्य विच परिवर्तित हो गया? हाँ जी, किस दे समय ये परिवर्तित होया जी? शाहू दे शासनकाल विच। ठीक है, आंसर है जी इहदा शाहू दे शासनकाल विच। नैक्सट है जी किस मुगल सैनापति ने शिवाजी नूं पुरंदर दी संधि 1665 अते दस्तखत करन लई मजबूर किया सी? ये किया गया सी राजा जय सिंह ने। हाँ जी, हुण पुरंदर दी संधि बारे भी एक क्वेश्चन आ सकता अपन सीधा भी पुरंदर दी संधि कदों हुई सी? 1665 विच। ठीक है जी,
ਦਸਤਖਤ ਕਰਨ ਲਈ ਮਜਬੂਰ ਕਿਹਨੇ ਕੀਤਾ ਸੀ ਜੀ? ਰਾਜਾ ਜੈ ਸਿੰਘ ਨੇ। ਅੱਜ ਲਈ ਇੰਨੇ MCQ ਸੀ। ਜੇ MCQ ਵਧੀਆ ਲੱਗੇ ਹੋਣ ਤਾਂ ਪਲੀਜ਼ ਲਾਈਕ ਜ਼ਰੂਰ ਕਰਕੇ ਜਾਇਓ, ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਕਿ ਵੀਡੀਓ ਤੁਹਾਨੂੰ ਕਹੀ ਜਿਹੀ ਲੱਗੀ। ਚਲੋ ਜੀ ਅੱਜ ਲਈ ਇੰਨੇ ਸੀ, ਮਿਲਦੇ ਹਾਂ ਜੀ ਕੱਲ੍ਹ ਇੱਕ ਨਵੀਂ ਵੀਡੀਓ ਨਾਲ। ਗੁੱਡ ਬਾਏ, ਟੇਕ ਕੇਅਰ।